Good morning, students. So now let us continue with the poem from Homecoming by R. Parthasarthi. We had gone through the poem, and I hope I hope that the poem is clear to you. And a few things that you have to keep in mind are: the first thing that you have to keep in mind is that R. Parthasarthi was an Indian, and he had gone to England, to study at Leeds University there. And after spending some years in England, he had come back. So as the title declares, it is a description of homecoming. Now homecoming ਦਾ ਇੱਥੇ ਕੀ ਘਰ ਵਾਪਸੀ, ਸੋ ਘਰ ਵਾਪਸੀ ਕਿਹਦੀ ਹੈਗੀ ਹੈ? ਪੋਇਟ ਦੀ, ਜਦੋਂ ਉਹ ਕੁਝ ਸਾਲ ਬਾਹਰ ਲਗਾ ਕੇ ਵਾਪਸ ਆਇਆ ਸੀ। ਤੇ ਸੋ ਸਾਰੀ ਸ਼ੁਰੂ ਦੇ ਵਿੱਚ ਹੀ ਨਹੀਂ ਉਹ ਕਹਿੰਦਾ ਕਿ ਮੈਂ ਆਪਣੀ ਇੰਡੀਆ ਨੂੰ ਵਾਪਸੀ ਦੱਸ ਰਿਹਾ। ਸ਼ੁਰੂ ਦੇ ਵਿੱਚ ਕੀ ਹੈਗਾ, ਸਿਰਫ ਫਸਟ 2 ਪੈਸੇਜਿਸ ਦੇ ਵਿੱਚ ਤਾਂ ਉਹਨੇ ਕੀ ਦੱਸਿਆ, ਹੀ ਹੈਜ਼ ਜਸਟ given your description of a person who is coming back to his home after spending a day outside. As you all go back at the end of the day, this person is also coming back home at the end of the day. And generally when we go back to our homes, we are in a good mood because we expect to get rest, comfort and warmth in our homes. And generally our expectations are fulfilled. But the homecoming that is described in the first 2 passages, the homecoming is a very disappointing one, because ਸਾਨੂੰ ਕੀ ਦੱਸਦਾ ਹੈਗਾ ਕਿ ਮੈਂ ਥੱਕਿਆ ਹੋਇਆ ਹੈ। ਕਲੀਅਰ, ਦੈਨ ਆਈ ਕਲਾਈਮ ਦ ਸਟੇਅਰਸ ਟੂ ਮਾਈ ਫਲੈਟ, ਐਂਡ ਦੈਨ ਆਈ ਸਟੰਬਲ ਓਵਰ ਦ ਮੈਟ ਆਊਟਸਾਈਡ ਦ ਡੋਰ। ਜਿਹੜਾ ਬਾਹਰ ਪਾਏਦਾਨ ਰੱਖਿਆ ਹੋਇਆ ਉਹਦੇ ਉੱਪਰ ਬਿਲਕੁਲ ਉਹਦਾ ਪੈਰ ਉਲਝ ਜਾਂਦਾ ਹੈ ਅਤੇ ਉਹ ਗਿਰਨ ਲੱਗਦਾ ਹੈਗਾ। ਈਵਨ ਦ ਕੀ ਇਜ਼ ਇਨਇਫੈਕਚੁਅਲ, ਦ ਕੀ ਡਜ਼ ਨਾਟ ਸੀਮ ਟੂ ਬੀ ਵਰਕਿੰਗ। ਸੋ ਇੱਦਾਂ ਈਵਨ ਤਾਲਾ ਨਹੀਂ ਖੁੱਲ੍ਹਦਾ ਉਹਦੇ ਕੋਲੋਂ। he has to struggle with the lock also. So it is a kind of a very disappointing homecoming that is described in the first 2 passages. So ਪਹਿਲੇ 2 ਪੈਰਾਗ੍ਰਾਫਸ 'ਚ ਉਹਨੇ ਕਿੱਦਾਂ ਦੱਸਿਆ, ਇੱਕ ਵਿਅਕਤੀ ਜਿਹੜਾ ਕਿ ਆਪਣੀ ਗੱਲ ਕਰ ਰਿਹਾ ਕਿ ਮੈਂ ਆਇਆ ਵਾਪਸ ਔਰ ਮੈਂ ਡਿਸਅਪੋਇੰਟਡ ਹਾਂ ਘਰ ਵਾਪਸੀ ਦਾ। ਕਲੀਅਰ, ਫਿਰ ਅਗਲੇ 4 ਪੈਰਿਆਂ ਸਾਨੂੰ ਕੀ ਪਤਾ ਲੱਗਦਾ ਹੈ ਕਿ ਸਿਰਫ ਉਹ ਸ਼ਾਮ ਦੇ ਸਮੇਂ ਆਪਣੀ ਘਰ ਵਾਪਸੀ ਦੀ ਨਹੀਂ ਗੱਲ ਕਰ ਰਿਹਾ। ਹੀ ਇਜ਼ ਟਾਕਿੰਗ ਅਬਾਊਟ ਅਨਦਰ ਹੋਮਕਮਿੰਗ। ਔਰ ਉਹ ਹੋਮਕਮਿੰਗ ਕੀ ਹੈਗੀ ਹੈ, ਜਦੋਂ ਉਹ ਬਾਹਰਲੀ ਕੰਟਰੀ ਦੇ ਵਿੱਚ, ਇੰਗਲੈਂਡ ਦੇ ਵਿੱਚ ਜਦੋਂ ਸਾਲ ਕੁਛ ਲਗਾ ਕੇ ਆਪਣੇ ਮੁਲਕ ਵਾਪਸ ਆਇਆ ਸੀ, ਉਹਦੀ ਗੱਲ ਕਰਦਾ ਪਿਆ ਹੈ। ਸੋ ਅਗਲੇ ਪੈਰਾ 'ਚ ਉਹ ਸ਼ੁਰੂ ਹੋ ਜਾਂਦਾ। ਦੇਖੋ 3rd ਪੈਸੇਜ ਦੇ ਵਿੱਚ, ਆਈ ਫੀਅਰ ਆਈ ਹੈਵ ਬੰਗਲਡ ਅਗੇਨ, ਦ ਲਾਸਟ ਰਿਫਾਈਨਮੈਂਟ ਆਫ ਸਪੀਚ ਟੈਰੀਫਾਈਜ਼ ਮੀ, ਦ ਬੈਲੂਨ ਆਫ ਪੋਇਟਰੀ ਹੈਜ਼ ਗਰੋਨ ਰੈਡ ਇਨ ਦ ਫੇਸ ਵਿਦ ਰਿਪੀਟਡ ਬਲੋਇੰਗ। ਸੋ ਫਿਰ ਕਿਹਦੀ ਗੱਲ ਸ਼ੁਰੂ ਕਰ ਦਿੱਤੀ ਉਹਨੇ? ਅਗਲੇ 4 ਪੈਰਾਜ਼ ਵਿੱਚ ਉਹ ਕਿਹਦੀ ਗੱਲ ਕਰੇਗਾ? ਆਪਣੀ ਹੋਮਕਮਿੰਗ, ਕਿਹੜੀ ਹੋਮਕਮਿੰਗ, ਜਿਹੜੀ ਕਿ ਕਮਿੰਗ ਬੈਕ ਟੂ ਹਿਜ਼ ਓਨ ਕੰਟਰੀ, ਆਪਣੀ ਕੰਟਰੀ ਦੇ ਵਿੱਚ ਜਿਹੜੀ ਉਹਨੇ ਵਾਪਸੀ ਕੀਤੀ ਸੀਗੀ। ਉਹ ਵੀ ਕੀ ਸੀਗੀ? ਇਟ ਵਾਜ਼ ਅ ਡਿਸਅਪੋਇੰਟਿੰਗ homecoming, because he had expected to read good poems in his own language, Tamil. Clear? But when he saw the state of poetry in his own language, he was very disappointed. ਸੋ ਜਦੋਂ ਉਹਨੇ ਆ ਕੇ ਉਹਨੇ ਕੀ ਉਮੀਦ ਕੀਤੀ ਸੀ ਕਿ ਹੁਣ ਮੈਨੂੰ ਇੱਥੇ ਤਾਂ ਇੰਗਲੈਂਡ ਦੇ ਵਿੱਚ ਤਾਂ ਤਾਮਿਲ ਭਾਸ਼ਾ ਨਾ ਬੋਲਣ ਨੂੰ ਮਿਲਦੀ ਹੈ, ਨਾ ਮੈਨੂੰ ਪੜ੍ਹਨ ਨੂੰ ਮਿਲਦੀ ਹੈ। ਸੋ ਕਿਹੜੀ ਉਮੀਦ ਨਾਲ ਵਾਪਸ ਆਇਆ ਸੀ ਕਿ ਮੇਰੀ ਆਪਣੀ ਭਾਸ਼ਾ ਤਾਮਿਲ, ਜਿਹੜੀ ਕਿ ਇੱਕ ਬਹੁਤ ਹੀ ਰਿਚ ਲੈਂਗੁਏਜ ਹੈ, ਬਹੁਤ ਹੀ ਅਮੀਰ ਭਾਸ਼ਾ ਹੈ, ਜਿਹਦੇ ਵਿੱਚ ਕਿ ਇੰਨੇ ਇੰਨੇ ਵੱਡੇ ਮਹਾਕਾਵਿ ਲਿਖੇ ਗਏ ਹੈ, ਬਹੁਤ ਵਧੀਆ ਲਿਟਰੇਚਰ ਲਿਖਿਆ ਗਿਆ ਹੈ, ਉਹ ਹੁਣ ਲੈਂਗੁਏਜ ਮੈਂ ਜਾ ਕੇ ਪੜ੍ਹਾਂਗਾ। ਕਲੀਅਰ, ਸੋ ਆਈ ਵਿਲ ਰੀਡ ਗੁੱਡ ਪੋਇਟਰੀ ਇਨ ਮਾਈ ਓਨ ਲੈਂਗੁਏਜ। ਕਲੀਅਰ, ਕਿਉਂਕਿ ਉਹਨੇ ਬਾਹਰਲੀ ਕੰਟਰੀ ਦੇ ਵਿੱਚ ਸਭ ਤੋਂ ਜ਼ਿਆਦਾ ਕੀ ਚੀਜ਼ ਮਿਸ ਕੀਤੀ ਸੀ? ਹੀ ਹੈਡ ਮਿਸਡ ਹਿਜ਼ ਓਨ ਲੈਂਗੁਏਜ। ਕਲੀਅਰ, ਉੱਥੇ ਉਹਨੂੰ ਬੋਲਣ ਨੂੰ ਨਹੀਂ ਮਿਲਦੀ ਸੀਗੀ, ਉਹਨੂੰ ਪੜ੍ਹਨ ਨੂੰ ਨਹੀਂ ਮਿਲਦੀ ਸੀਗੀ। ਪਰ ਇੱਥੇ ਆ ਕੇ ਉਹਨੂੰ ਕੀ ਡਿਸਅਪੋਇੰਟਮੈਂਟ ਹੋਈ? ਦੈਟ the poetry
that was written in his own language Tamil was not of a very good standard। ਫਿਰ ਉਹ ਕੀ ਸੀਗੀ, ਘਟੀਆ ਸੀਗੀ ਪੋਇਟਰੀ ਜਿਹੜੀ ਸੀਗੀ। ਉਹਨੂੰ ਕੀ ਲੱਗਦਾ ਸੀਗਾ ਕਿ ਉਹੀ ਬਾਰ-ਬਾਰ ਗੱਲਾਂ ਜਿਹੜੇ ਪੋਇਟਸ ਹੈਗੇ ਆ ਉਹੀ ਦੇ ਆਰ ਨਾਟ ਰਾਈਟਿੰਗ ਐਨੀਥਿੰਗ ਨਿਊ। ਜਿਸ ਤਰ੍ਹਾਂ ਕਿ ਇੱਕ ਬੈਲੂਨ ਨੂੰ ਅਸੀਂ ਬਾਰ-ਬਾਰ ਫੁਲਾਈ ਜਾਈਏ ਤਾਂ ਫਿਰ ਉਹ ਕੀ ਹੋ ਜਾਂਦਾ ਹੈ, ਬੈਲੂਨ ਵੀ ਜਿਹੜਾ ਉਹ ਵੀ ਕੀ ਹੋ ਜਾਂਦਾ ਹੈ, ਘਸ ਜਾਂਦਾ ਹੈਗਾ। ਸੋ ਇਸੇ ਤਰ੍ਹਾਂ ਇਟ ਡਜ਼ ਨਾਟ ਲੁੱਕ ਬਿਊਟੀਫੁਲ, it does not look nice. In the same way, the poetry that he read now in his own language was not a beautiful one, because ਜਿੱਦਾਂ ਬੈਲੂਨ ਨਹੀਂ ਸੋਹਣਾ ਰਹਿੰਦਾ ਬਾਰ-ਬਾਰ ਫੁਲਾ ਕੇ, ਉਸੇ ਤਰ੍ਹਾਂ ਦੇ ਨਾਲ ਇਹ ਵਾਲੀ ਪੋਇਟਰੀ ਜਿਹੜੀ ਸੀਗੀ ਉਹੀ ਬਾਰ-ਬਾਰ ਸੇਮ ਗੱਲਾਂ ਰਿਪੀਟ ਹੋ ਰਹੀਆਂ ਸੀ। ਜਿਹੜੇ ਨਵੇਂ ਪੋਇਟ ਸੀਗੇ ਉਹ ਕੀ ਕਰ ਰਹੇ ਸੀ, ਦੇ ਵਰ ਸਿੰਪਲੀ ਕਾਪਿੰਗ ਦ ਅਰਲੀਅਰ ਪੋਇਟਰੀ, ਉਹੀ ਐਕਸਪ੍ਰੈਸ਼ਨਸ। ਸੋ ਜਿਹਦੇ ਕਰਕੇ ਕਿ ਉਹਨੂੰ ਇਹ ਹੁਣ ਵਾਲੀ ਪੋਇਟਰੀ ਪਸੰਦ ਨਹੀਂ ਆ ਰਹੀ ਸੀ। ਸੋ ਉਹਨੂੰ ਕੀ ਲੱਗ ਰਿਹਾ ਸੀਗਾ ਕਿ ਨਿਊਜ਼ਪੇਪਰਸ ਦੇ ਵਿੱਚ ਜਿਹੜੇ ਕਿ ਤਾਮਿਲ ਭਾਸ਼ਾ ਦੇ ਨਿਊਜ਼ਪੇਪਰਸ ਹੈ ਉਹਨਾਂ ਵਿੱਚ ਫਿਰ ਵੀ ਕਦੀ ਕਦਾਈ ਚੰਗੀ ਤਾਮਿਲ ਪੜ੍ਹਨ ਨੂੰ ਮਿਲ ਜਾਂਦੀ ਹੈ, ਪਰ ਪੋਇਟਰੀ ਦੇ ਵਿੱਚ ਤਾਂ ਬਿਲਕੁਲ ਨਹੀਂ। ਸੋ ਅਦਰਵਾਈਜ਼ when we want to read good literature, do we start reading newspapers? Not at all। ਸੋ ਜਦੋਂ ਅਸੀਂ ਕੋਈ ਸਾਹਿਤ ਪੜ੍ਹਨਾ ਹੋਵੇ ਤਾਂ ਅਸੀਂ ਨਿਊਜ਼ਪੇਪਰਸ ਥੋੜ੍ਹਾ ਨਾ ਪਕੜਦੇ ਹਾਂ। ਅਸੀਂ ਕੀ ਪਕੜਦੇ ਹਾਂ, ਵੀ ਕੈਚ ਹੋਲਡ ਆਫ ਪੋਇਟਰੀ ਔਰ ਫਿਕਸ਼ਨ, ਸ਼ਾਰਟ ਸਟੋਰੀਜ਼ ਲੈ ਲੈਂਦੇ ਹਾਂ, ਨਾਵਲਸ ਲੈ ਲੈਂਦੇ ਹਾਂ। ਪਰ ਇੱਥੇ ਉਹਨੂੰ ਕੀ ਲੱਗ ਰਿਹਾ ਸੀ ਕਿ ਪੋਇਟਰੀ ਦਾ ਜਿਹੜਾ ਸਤਰ ਹੈਗਾ ਉਹ ਇੰਨਾ ਜ਼ਿਆਦਾ ਗਿਰ ਚੁੱਕਾ ਹੈ ਕਿ ਹੁਣ ਤਾਂ ਉਹਦਾਂ ਨਾਲੋਂ ਜ਼ਿਆਦਾ ਚੰਗੀ ਭਾਸ਼ਾ ਕਿੱਥੇ ਦੇਖਣ ਨੂੰ ਮਿਲਦੀ ਹੈਗੀ ਹੈ, ਇਨ ਦ ਨਿਊਜ਼ਪੇਪਰਸ। ਕਹਿੰਦਾ ਉੱਥੇ ਕਦੀ ਕਦਾਈ, ਉੱਥੇ ਵੀ ਕਦੀ ਕਦਾਈ। ਕਹਿੰਦਾ ਨਾ, ਆਈ ਫਾਈਂਡ ਮਾਈ ਪ੍ਰੇਅਰਸ ਓਕੇਜਨਲੀ ਆਨਸਰਡ ਦੇਅਰ। ਕਲੀਅਰ ਕਿ ਉੱਥੇ ਵੀ ਕਦੀ ਕਦਾਈ ਚਲੋ ਚੰਗੀ ਭਾਸ਼ਾ ਸੁਣਨ ਨੂੰ ਪੜ੍ਹਨ ਨੂੰ ਫਿਰ ਵੀ ਮਿਲ ਜਾਂਦੀ ਹੈ ਨਿਊਜ਼ਪੇਪਰਸ ਦੇ ਵਿੱਚ। ਪੋਇਟਰੀ ਦਾ ਹਾਲ ਬਹੁਤ ਹੀ ਮਾੜਾ ਹੈ। ਸੋ ਫਿਰ ਉਸ ਤੋਂ ਬਾਅਦ ਉਹ ਸੋ ਵੀ ਕੈਨ ਨਾਓ ਮੇਕ ਆਊਟ ਦੈਟ ਹਿਜ਼ ਹੋਮ ਕਮਿੰਗ ਟੂ ਹਿਜ਼ ਓਨ ਕੰਟਰੀ ਹੈਜ਼ ਨਾਟ ਬੀਨ ਅ ਵੈਰੀ rewarding one, has not been a very fulfilling one. He was rather disappointed। ਠੀਕ ਹੈ। ਸੋ ਫਿਰ ਪਰ ਐਂਡ ਵਿੱਚ ਉਹ ਕੀ ਕਹਿੰਦਾ ਹੈਗਾ ਕਿ ਹੁਣ ਜਿਹੜੇ ਲਾਸਟ 2 ਪੈਰਾਗ੍ਰਾਫਸ ਆ ਉਹ ਦੇਖੋ, ਮਾਈ ਹਾਰਟ ਆਈ ਹੈਵ ਟਰਨਡ ਇਨਸਾਈਡ ਆਊਟ। ਇਟ ਮੀਨਸ ਹੁਣ ਮੈਂ ਆਪਣਾ ਦਿਲ ਫੋਲ ਲਿਆ ਅਤੇ ਹੁਣ ਮੈਂ ਮਨ ਹਲਕਾ ਕਰ ਲਿਆ। ਫਿਰ ਉਹ ਲਾਸਟ ਪੈਸੇਜ ਵਿੱਚ ਕੀ ਕਹਿੰਦਾ, ਹੀਅਰ ਆਫਟਰ ਆਈ ਸ਼ੁੱਡ ਬੀ ਕੰਟੈਂਟ ਆਈ ਥਿੰਕ ਟੂ ਗੋ ਥਰੂ ਲਾਈਫ ਵਿਦ ਅ ਸਮਾਲ ਚੇਂਜ ਆਫ ਅਨਸਰਟਨਟੀਜ਼। ਸੋ ਕਹਿੰਦਾ ਹੁਣ ਮੈਂ ਇਹ ਗੱਲ ਸਿੱਖ ਲਈ ਹੈ ਕਿ ਚੇਂਜ ਇਜ਼ ਦਾ ਓਨਲੀ ਪਰਮਾਨੈਂਟ ਥਿੰਗ, ਚੇਂਜ ਇਜ਼ ਦਾ ਲਾਅ ਆਫ ਨੇਚਰ। ਕਿ ਹੋਰ ਕਦੇ ਵੀ ਤੁਹਾਨੂੰ ਉਹੀ ਚੀਜ਼ ਉਸ ਅਵਸਥਾ ਵਿੱਚ ਨਹੀਂ ਮਿਲ ਸਕਦੀ। ਸੋ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ, ਸੋ ਕਈ ਵਾਰੀ ਕੋਈ ਇੱਦਾਂ ਦੀ ਜਗ੍ਹਾ 'ਤੇ ਤੁਸੀਂ ਜਾਂਦੇ ਹੋ ਜਿੱਥੇ ਤੁਸੀਂ ਆਪਣਾ ਬਚਪਨ ਬਿਤਾਇਆ ਹੁੰਦਾ ਹੈ। ਸੋ ਇਟ ਇਜ਼ ਨੈਵਰ ਦ ਸੇਮ। ਕਲੀਅਰ ਈਵਨ ਹੁਣ ਜੇ ਤੁਸੀਂ ਕਿਤੇ ਉਹ ਵਾਲੇ ਸਕੂਲ 'ਚ ਚਲ ਜਾਓ ਜਿੱਥੇ ਕਿ ਤੁਸੀਂ ਆਪਣੀ 3rd 4th ਵਿੱਚ ਪੜ੍ਹਾ ਕਰਦੇ ਸੀ, ਫੋਰ ਐਗਜ਼ਾਮਪਲ, ਤੁਸੀਂ ਉੱਥੇ ਵੀ ਚਲ ਜਾਓ, ਉੱਥੇ ਵੀ ਤੁਸੀਂ ਜਾ ਕੇ ਕੀ ਦੇਖੋਗੇ, ਦੈਟ ਦ ਚੇਂਜ ਹੈਜ਼ ਕਮ। ਸੋ ਥਿੰਗਸ ਨੈਵਰ ਰਿਮੇਨ ਦ ਸੇਮ। ਕਲੀਅਰ। ਪਰ ਜਦੋਂ ਅਸੀਂ ਜਾਂਦੇ ਹਾਂ ਸਾਨੂੰ ਸਾਡਾ ਕੀ ਮਨ ਕਰਦਾ ਹੈ ਦੈਟ ਉੱਦਾਂ ਹੀ ਸਾਨੂੰ ਉਹੀ ਚੀਜ਼ ਉੱਦਾਂ ਹੀ ਮਿਲੇ। ਕਿਉਂਕਿ ਉਸ ਜਗ੍ਹਾ ਦੇ ਨਾਲ ਸਾਡੀਆਂ ਕੀ ਜੁੜੀਆਂ ਹੁੰਦੀਆਂ, ਮੈਮਰੀਜ਼ ਜੁੜੀਆਂ ਹੁੰਦੀਆਂ, ਯਾਦਾਂ ਜੁੜੀਆਂ ਹੁੰਦੀਆਂ। ਬਟ ਈਵਨ ਵੀ ਹੈਵ ਟੂ ਅੰਡਰਸਟੈਂਡ ਦੈਟ ਨਥਿੰਗ ਰਿਮੇਨਸ ਦ ਸੇਮ। ਕਲੀਅਰ ਕਿ ਜਿਹੜੀ ਚੇਂਜ ਆ ਉਹ ਤਾਂ ਆਉਣੀ ਹੀ ਹੈ। ਸੋ ਫਿਰ ਉਹ ਕੀ ਕਹਿੰਦਾ ਕਿ ਹੁਣ ਮੈਂ ਸੈਟਿਸਫਾਈਡ ਹਾਂ ਕਿਉਂਕਿ ਮੈਂ ਕੀ ਐਕਸੈਪਟ ਕਰ ਲਿਆ, ਦੈਟ ਚੇਂਜ ਇਜ਼ ਦ ਲਾਅ ਆਫ ਨੇਚਰ, ਥਿੰਗਸ ਵਿਲ ਆਲਵੇਜ਼ ਚੇਂਜ। ਹੁਣ ਤੁਸੀਂ ਦੇਖੋ ਨੈਕਸਟ ਦੇਖੋ, ਹੁਣ ਨਾਓ ਲੈਟ ਅਸ ਸਟਾਰਟ ਵਿਦ ਦ ਕੁਐਸਚਨਸ। ਫਸਟ ਵਾਜ਼ what time of the day is being described in the poem? So first 2 passages ਵਿੱਚ ਦੇਖੋ ਕਿ ਕਿਹੜਾ time describe ਹੋ ਰਿਹਾ ਹੈ। Is it the time of morning? No, it is the time of evening. Okay, when everybody returns to his own home, ਉਹੀ ਵਾਲਾ ਟਾਈਮ ਜਦੋਂ ਕਿ ਘਰ ਵਾਪਸੀ ਹੁੰਦੀ ਹੈ ਸਭ ਦੀ, ਇਹ ਵਾਲਾ ਟਾਈਮ ਜਿਹੜਾ ਹੈ ਇਹਦੇ ਵਿੱਚ ਉਹਨੇ ਦੱਸਿਆ ਹੈਗਾ। ਸੋ it is the time of evening. Next देखो, what is the setting of the poem? City, town or village? Which words or images provide us the clue? So what is the setting of the poem? ਉਹਨੇ ਕਿਤੇ ਨਹੀਂ ਕਿਹਾ ਕਿ ਮੈਂ ਸ਼ਹਿਰ ਦੀ ਗੱਲ ਕਰ ਰਿਹਾ ਕਿ ਮੈਂ ਪਿੰਡ ਦੀ ਗੱਲ ਕਰ ਰਿਹਾ, ਪਰ ਅਸੀਂ we can very well guess ਕਿ the setting of the poem is that of a city.
So the poem is set in a city because in the first passage he talks about heavy traffic or simply traffic ਜਿਹੜਾ ਕਿ ਕਿੱਥੇ ਪਾਇਆ ਜਾਂਦਾ ਸਿਟੀਜ਼ ਦੇ ਵਿੱਚ, ਕਿਉਂਕਿ ਉਹ ਕੀ ਕਹਿੰਦਾ ਕਿ ਸ਼ਾਮ ਹੋ ਰਹੀ ਹੈ, ਸ਼ਾਮ ਘਣੀ ਹੋ ਰਹੀ ਹੈ ਔਰ ਜਿਹੜੀਆਂ ਕਾਰਾਂ ਦਿਖ ਰਹੀਆਂ ਸੀਗੀਆਂ ਹੁਣ ਕਾਰਾਂ ਨਹੀਂ ਦਿਖਦੀਆਂ, ਉਹਨਾਂ ਦੀ ਜਗ੍ਹਾ ਕੀ ਦਿਖਦੀਆਂ, ਉਹਨਾਂ ਦੀਆਂ ਹੈਡਲਾਈਨਸ। ਸੋ ਇੱਥੋਂ ਦੀ ਆਪਾਂ ਕੀ ਗੈਸ ਕਰ ਸਕਦੇ ਹਾਂ ਦੈਟ ਦ ਪੋਇਮ ਇਜ਼ ਸਰਟਨਲੀ ਨਾਟ ਸੈਟ ਇਨ ਅ ਵਿਲੇਜ, ਇਟ ਇਜ਼ ਰਾਦਰ ਸੈਟ ਇਨ ਅ ਸਿਟੀ। ਹੋਰ ਜਿਹੜਾ ਸਾਨੂੰ ਬਹੁਤ ਇੱਕ ਹਿੰਟ ਮਿਲਦਾ ਹੈ ਕਿ ਇਹ ਜਿਹੜੀ ਪੋਇਮ ਹੈ ਇਹ ਇੱਕ ਸਿਟੀ ਬਾਰੇ ਗੱਲ ਕਰ ਰਹੀ ਹੈ, ਉਹ ਕਿੱਥੋਂ ਪਤਾ ਲੱਗਦਾ ਹੈ, ਫਲੈਟ ਕਲੀਅਰ, ਕਿਉਂਕਿ ਉਹ ਜਿਹੜਾ ਰਾਈਟਰ ਹੈਗਾ ਹੀ ਦ ਪੋਇਟ seems to be living in a flat because he climbs the stairs to his own flat and then ਇਹਦੀ ਗੱਲ ਕਰਦਾ ਹੈਗਾ। ਸੋ ਇੱਥੋਂ ਦੀ ਕੀ ਅਸੀਂ ਗੈਸ ਕਰ ਸਕਦੇ ਹਾਂ ਬਿਕੋਜ਼ ਫਲੈਟਸ ਆਰ ਓਨਲੀ ਫਾਊਂਡ ਇਨ ਸਿਟੀਜ਼। ਸੋ ਫਲੈਟਸ ਆਰ ਹਾਊਸਿਸ ਇਨ ਅ ਮਲਟੀ ਸਟੋਰੇਡ ਬਿਲਡਿੰਗ, ਸੋ ਜਿਹੜੀ ਕਿ ਬਹੁ ਮੰਜ਼ਿਲਾ ਇਮਾਰਤ ਦੇ ਵਿੱਚ ਇੱਕ ਜਿਹੜਾ ਘਰ ਹੈ ਉਹਨੂੰ ਕੀ ਕਿਹਾ ਜਾਂਦਾ, ਫਲੈਟ। ਸੋ ਇਹਦੇ ਵਿੱਚ ਫਲੈਟ ਦੀ ਗੱਲ ਹੋ ਰਹੀ ਹੈ, ਜਿੱਥੋਂ ਆਪਾਂ ਕੀ ਗੈਸ ਕਰ ਸਕਦੇ ਹਾਂ ਦੈਟ ਦ ਪੋਇਟ ਲਿਵਸ ਇਨ ਅ ਸਿਟੀ। ਕਲੀਅਰ, ਹੁਣ ਇੰਨਾ ਹੋ ਗਿਆ। ਹੁਣ ਨੈਕਸਟ ਦੇਖੋ, ਨੈਕਸਟ ਇਜ਼ describe the speaker's experience of homecoming. Now move on to the next page, page number 10. So what happens to the speaker at the doorstep? ਕੀ ਹੁੰਦਾ ਉਹਦੇ ਨਾਲ? Clear, he is going to fall down because he stumbles over the mat. It is with great difficulty that he retains his balance. ਬਿਲਕੁਲ ਡਿੱਗਣ ਲੱਗਦਾ ਹੈਗਾ ਕਿਹਦੇ ਉੱਪਰ, ਜਿਹੜਾ ਪਾਏਦਾਨ ਪਿਆ ਹੈਗਾ। ਔਰ ਫਿਰ ਦੈਨ ਈਵਨ ਦ ਕੀ ਡਜ਼ ਨਾਟ ਓਪਨ ਦ ਡੋਰ ਇਮੀਡੀਏਟਲੀ, ਜਿਹੜੀ ਚਾਬੀ ਹੈ ਉਹ ਵੀ ਇੱਕਦਮ ਨਹੀਂ ਲੱਗਦੀ, ਅਤੇ ਇੱਦਾਂ ਲੱਗਦਾ ਜਿੱਦਾਂ ਚਾਬੀ ਹੀ ਸੌਂ ਗਈ ਹੈ। ਇਹ ਸੋ ਇਹ ਵਾਲਾ ਜਿਹੜੇ ਉਹਦੀ ਹੋਮ ਕਮਿੰਗ ਦਾ ਐਕਸਪੀਰੀਅੰਸ ਹੈਗਾ ਇਹ ਕੀ ਹੈਗਾ, ਇਟ ਇਜ਼ ਅ ਡਿਸਅਪੋਇੰਟਿੰਗ ਵਨ। ਹੁਣ ਨੈਕਸਟ ਵਿੱਚ ਵੀ ਉਹੀ ਗੱਲ ਕਰ ਰਹੇ, ਇਲਸਟ੍ਰੇਟ ਵਿਦ ਐਗਜ਼ਾਮਪਲਸ ਦ ਫਿਜ਼ੀਕਲ ਐਂਡ ਮੈਂਟਲ ਸਟੇਟ ਆਫ ਦ ਸਪੀਕਰ ਐਜ਼ ਹੀ ਰਿਟਰਨਸ ਹੋਮ। ਸੋ ਫਿਜ਼ੀਕਲ ਸਟੇਟ ਉਹਦੀ ਕੀ ਹੈਗੀ ਹੈ, ਹੀ ਇਜ਼ ਵੈਰੀ ਟਾਇਰਡ। ਸ਼ੁਰੂ 'ਚ ਹੀ ਕਹਿੰਦਾ ਹੀ ਰਿਟਰਨ ਹੋਮ ਟਾਇਰਡ, ਔਰ ਮੈਂਟਲ ਸਟੇਟ ਵੀ ਕੀ ਹੈਗੀ ਹੈ, ਹੀ ਇਜ਼ ਮੈਂਟਲੀ ਆਲਸੋ ਹੀ ਸੀਮਸ ਟੂ ਬੀ ਟਾਇਰਡ ਐਂਡ ਟਾਇਰਡ। ਔਰ ਇੱਕ ਹੋਰ ਚੀਜ਼ ਕੀ ਹੈ ਕਿ ਡਿਸਅਪੋਇੰਟਿਡ ਹੈ, ਨਿਰਾਸ਼ ਜਿਹਾ ਲੱਗਦਾ ਹੈ। ਉਹਨੇ ਇਹ ਨਹੀਂ ਲਿਖਿਆ ਦੈਟ ਆਈ ਐਮ ਡਿਸਅਪੋਇੰਟਿਡ, ਪਰ ਜਿੱਦਾਂ ਉਹ ਗੱਲ ਕਰਦਾ ਹੈ ਕਿ ਮੈਂ ਪੌੜੀਆਂ ਚੜ੍ਹਿਆ, ਮੈਂ ਤਾਂ ਗਿਰਨ ਲੱਗਾ ਸੀਗਾ, ਫਿਰ ਚਾਬੀ ਵੀ ਨਹੀਂ ਇੱਕਦਮ ਲੱਗੀ। ਸੋ ਹੀ ਇਜ਼ ਮੈਂਟਲੀ ਐਜ਼ ਵੈਲ ਐਜ਼ ਫਿਜ਼ੀਕਲੀ ਐਗਜ਼ੌਸਟਿਡ। ਨਾਓ ਨੈਕਸਟ ਦੇਖੋ, ਸੌਰੀ ਆਪਾਂ ਇਹ ਕਰ ਰਹੇ ਸੀ what happens to the speaker at the doorstep and then what has happened to poetry and why. Now what has happened to poetry? Clear, the poetry is no longer the poetry of the earlier times. Clear, the standard of the poetry has fallen. So ਇਹਦੇ ਵਿੱਚ ਇਹਨੇ ਗੱਲ ਕੀਤੀ ਨਾ what has happened to poetry and why. Clear, ਕਿਉਂਕਿ ਹੁਣ ਕੀ ਹੈ, the language has been commercialized. Now it is the use of this language in films and serials has deteriorated the language. There is a deterioration in the standard of the language. So ਹੁਣ ਉਹ ਵਾਲਾ ਸਟੈਂਡਰਡ ਨਹੀਂ ਰਿਹਾ। ਕਲੀਅਰ, ਫਿਰ ਉਹ ਸੋ ਇਹ ਹੋਇਆ ਬਿਕੋਜ਼ ਨਾਓ ਦ ਪੋਇਟਸ are no longer using original expressions, ਵਧੀਆ ਨਵੇਂ expressions ਨਹੀਂ use ਕਰਦੇ, ਬਲਕਿ ਕੀ ਕਰਦੇ ਹੈ, they use very hackneyed expressions, ਉਹੀ ਬਾਰ-ਬਾਰ ਗੱਲਾਂ ਉਹ ਕਰੀ ਜਾ ਰਹੇ ਹੈ। ਸੋ ਜਿਹਦੇ ਕਰਕੇ ਕਿ poetry has lost its beauty. Now next ਦੇਖੋ, why does the speaker recommend newspapers? So why does he recommend newspapers? ਕਿਉਂਕਿ ਉਹਨੂੰ ਕੀ ਲੱਗਦਾ ਹੈ ਕਿ ਨਿਊਜ਼ਪੇਪਰ ਸਮਟਾਈਮਸ ਹੀ ਕਮਸ ਅਕ੍ਰੋਸ ਗੁੱਡ ਲੈਂਗੁਏਜ। ਕਲੀਅਰ, ਕਿ ਕਦੀ ਕਦੀ ਉਹਨੂੰ ਜਦੋਂ ਨਿਊਜ਼ਪੇਪਰ ਪੜ੍ਹਦਾ ਹੁੰਦਾ ਉੱਥੇ ਕਈ ਵਾਰੀ ਚੰਗੀ ਭਾਸ਼ਾ ਪੜ੍ਹਨ ਨੂੰ ਮਿਲ ਜਾਂਦੀ ਹੈ, ਪਰ ਪੋਇਟਰੀ ਦੇ ਵਿੱਚ ਨਹੀਂ ਮਿਲਦੀ। ਸੋ ਇਸ ਕਰਕੇ ਉਹ ਕਿਹਦੀ
ਕੀ ਕਹਿੰਦਾ ਕਿ ਜੇ ਤੁਸੀਂ ਚੰਗੀ ਭਾਸ਼ਾ ਪੜ੍ਹਨੀ ਹੈ ਤਾਂ ਨਿਊਜ਼ਪੇਪਰ ਪੜ੍ਹੋ, ਪੋਇਟਰੀ ਦੇ ਵਿੱਚੋਂ ਕੱਖ ਨਹੀਂ ਲੱਭਦਾ। ਸੋ ਦਿਸ ਇਜ਼ ਰੀਅਲੀ ਸਰਪ੍ਰਾਈਜ਼ਿੰਗ ਬਿਕੋਜ਼ ਅਦਰਵਾਈਜ਼ ਅਸੀਂ ਪੋਇਟਰੀ ਨੂੰ ਜਦੋਂ ਅਸੀਂ ਚੰਗੀ ਭਾਸ਼ਾ ਪੜ੍ਹਨੀ ਹੁੰਦੀ ਅਸੀਂ ਕਿਹਦੇ ਵੱਲ ਜਾਂਦੇ ਹਾਂ? ਪੋਇਟਰੀ ਵੱਲ ਜਾਂਦੇ ਹਾਂ। ਨੈਕਸਟ ਦੇਖੋ, ਦ ਸਪੀਕਰ ਸੇਜ਼ ਮਾਈ ਹਾਰਟ ਆਈ ਹੈਵ ਟਰਨਡ ਇਨਸਾਈਡ ਆਊਟ, ਵਾਟ ਡੂ ਯੂ ਯੂਜਲੀ ਟਰਨ ਇਨਸਾਈਡ ਆਊਟ ਆਫਟਰ ਰਿਟਰਨਿੰਗ ਹੋਮ। ਸੋ ਇੱਥੇ ਉਹ ਕੀ ਕਹਿੰਦਾ ਕਿ ਮੈਂ ਆਪਣਾ ਦਿਲ ਮੈਂ ਟਰਨਡ ਇਨਸਾਈਡ ਆਊਟ ਕਰ ਲਿਆ, ਮਤਲਬ ਪੁੱਠਾ ਕਰ ਲਿਆ ਹੈਗਾ, ਫਰੋਲ ਲਿਆ ਹੈ। ਸੋ ਜਨਰਲੀ ਅਸੀਂ ਕਿਹੜੀ ਚੀਜ਼ ਨੂੰ ਵਾਟ ਡੂ ਵੀ ਟਰਨ ਇਨਸਾਈਡ ਆਊਟ, ਕਿਹੜੀ ਚੀਜ਼ ਆਪਾਂ ਪੁੱਠੀ ਕਰਦੇ ਹਾਂ ਜਨਰਲੀ ਜਾਂ ਫਰੋਲਦੇ ਹਾਂ? ਆਪਣੀਆਂ ਜੇਬਾਂ। ਕਲੀਅਰ? ਕਿਉਂ ਅਸੀਂ ਇੱਦਾਂ ਕਰਦੇ ਹਾਂ? ਸੋ ਦੈਟ ਵੀ ਮੇ ਟੇਕ ਆਊਟ ਸਮ ਕੋਇਨਸ ਔਰ ਸਮ ਇੰਪੋਰਟੈਂਟ ਪੇਪਰਸ, ਤਾਂ ਕਿ ਉਹ ਕਿਤੇ ਨਾਲ ਨਾ ਧੁੱਲ ਨਾ ਜਾਣ। ਸੋ ਇਹਦੇ ਕਰਕੇ ਆਪਾਂ ਤਕਰੀਬਨ ਆਪਣੀਆਂ ਜੇਬਾਂ ਨੂੰ ਖਾਲੀ ਕਰਦੇ ਹਾਂ, ਕੋਈ ਸਿੱਕੇ ਨਾ ਹੋਣ। ਕਲੀਅਰ? ਸੋ ਜਨਰਲੀ ਵੀ ਐਮਟੀ ਆਵਰ ਪੋਕਿਟਸ। ਕਲੀਅਰ? ਵੀ ਟਰਨ ਆਵਰ ਪੋਕਿਟਸ ਇਨਸਾਈਡ ਆਊਟ ਐਂਡ ਵੀ ਟਰਾਈ ਟੂ ਸੀ ਕਿ ਕੁਛ ਰਹਿ ਤਾਂ ਨਹੀਂ ਗਿਆ ਵਿੱਚ। ਸੋ ਪਰ ਉਹ ਕਿਹਨੂੰ ਕਰਦਾ ਹੈਗਾ? ਉਹ ਕੀ ਕਹਿੰਦਾ? ਮਾਈ ਹਾਰਟ ਆਈ ਹੈਵ ਟਰਨਡ ਇਨਸਾਈਡ ਆਊਟ, ਕਿ ਮੈਂ ਕਿਹੜੀ ਚੀਜ਼ ਨੂੰ ਇਨਸਾਈਡ ਆਊਟ ਕੀਤਾ ਹੈਗਾ? ਆਪਣੇ ਦਿਲ ਨੂੰ, ਮਤਲਬ ਆਪਣੇ ਦਿਲ ਨੂੰ ਫਰੋਲਿਆ, ਜਿਸ ਤਰ੍ਹਾਂ ਉਹ ਕਹਿ ਰਿਹਾ। ਵਾਟ ਡਜ਼ ਦ ਸਪੀਕਰ ਕਮ ਟੂ ਐਕਸੈਪਟ ਐਟ ਦ ਐਂਡ ਆਫ ਦ ਪੋਇਮ। ਸੋ ਵਾਟ ਡਜ਼ ਹੀ ਕਮ ਟੂ ਐਕਸੈਪਟ? ਸੋ ਕਿਹੜੀ ਚੀਜ਼ ਉਹ ਐਕਸੈਪਟ ਕਰ ਲੈਂਦਾ? ਦੈਟ ਚੇਂਜ ਇਜ਼ ਦ ਓਨਲੀ ਪਰਮਾਨੈਂਟ ਥਿੰਗ ਇਨ ਲਾਈਫ। ਪਹਿਲਾਂ ਤਾਂ ਬਹੁਤ ਨਿਰਾਸ਼ ਹੋਇਆ ਸੀ ਕਿ ਤਾਮਿਲ ਭਾਸ਼ਾ ਉੱਦਾਂ ਦੀ ਨਹੀਂ ਲੱਭੀ, ਪਰ ਫਿਰ ਉਹਨੇ ਕੀ ਐਕਸੈਪਟ ਕਰ ਲਿਆ ਕਿ ਬਦਲਾਵ ਜਿਹੜਾ ਉਹ ਕੁਦਰਤ ਦਾ ਅਟਲ ਨਿਯਮ ਹੈ। ਸੋ ਇਸ ਕਰਕੇ ਫਿਰ ਉਹ ਐਂਡ 'ਚ ਕਿਸ ਤਰ੍ਹਾਂ ਹੁਣ ਆਪਣਾ ਜੀਵਨ ਵਿੱਚ ਅੱਗੇ ਜਾ ਰਿਹਾ ਹੈਗਾ ਕਿ ਚੇਂਜ ਤਾਂ ਆਉਣੀ ਹੀ ਹੈ। ਠੀਕ ਹੈ? ਸੋ ਇਸ ਤਰ੍ਹਾਂ ਉਹ ਅੱਗੇ ਚੱਲ ਰਿਹਾ। ਹੁਣ ਨਾਓ ਨੈਕਸਟ ਇਜ਼ ਡਿਸਕ੍ਰਾਈਬ ਦ ਸਪੀਕਰਸ ਐਕਸਪੀਰੀਅੰਸ ਆਫ ਹੋਮ ਕਮਿੰਗ। ਸੋ ਜੇ ਇਸ ਤਰ੍ਹਾਂ ਦਾ ਆ ਜਾਂਦਾ, ਵੈਸੇ ਤਾਂ ਇਹ ਲੌਂਗ ਹੈਗਾ ਪਰ ਤੁਹਾਨੂੰ ਆਉਣਾ ਵੀ ਨਹੀਂ ਲੌਂਗ, ਬਟ ਸਟਿਲ ਇਟ ਮੇ ਬੀ ਦੇਅਰ। ਸੋ ਇਹਦੇ ਵਿੱਚ ਤੁਸੀਂ ਕੀ ਦੱਸੋਗੇ? ਪਹਿਲਾਂ ਤਾਂ ਉਹਦੀ ਜਿਹੜੀ ਹੋਮ ਕਮਿੰਗ ਹੈ, ਜਿਹੜੀ ਉਹ ਘਰ ਵਾਪਸ ਆਇਆ, ਔਰ ਫਿਰ ਹੋਮ ਕਮਿੰਗ ਟੂ ਹਿਜ਼ ਓਨ ਕੰਟਰੀ, ਕਿ ਜਿਹੜੀ ਆਪਣੀ ਕੰਟਰੀ ਦੇ ਵਿੱਚ ਵਾਪਸ ਆਇਆ ਹੈ, ਉਹਦਾ ਐਕਸਪੀਰੀਅੰਸ, ਉਹਦਾ ਤਜਰਬਾ। ਇਹ ਦੋਨੋਂ ਹੀ ਕੀ ਹੈਗੇ? ਦੋਨੋਂ ਹੀ ਡਿਸਅਪੋਇੰਟਿੰਗ ਹੈ। ਵਾਪਸ ਆਇਆ ਸੀ ਕੰਟਰੀ ਦੇ ਵਿੱਚ ਕਿ ਤਾਮਿਲ ਭਾਸ਼ਾ ਚੰਗੀ ਪੜ੍ਹੂੰਗਾ, ਪਰ ਇੱਥੇ ਕੀ ਦੇਖਦਾ ਕਿ ਸਟੈਂਡਰਡ ਹੀ ਬਹੁਤ ਨੀਵਾਂ ਹੋ ਗਿਆ। Illustrate with examples the physical and mental state of the speaker as he returns home. Now this I hope you will be able to write on your own. Now attempt a character sketch of the speaker on the basis of the clues provided in the poem. So ਇਹਦੇ ਵਿੱਚ character sketch of the speaker. So ਇਹਦੇ ਤੁਸੀਂ ਕੀ ਦੱਸੋਗੇ ਕਿ ਕੌਣ ਹੈਗਾ? ਉਹ is a very sensitive person, ਜਿਹੜਾ ਕਿ किसी चीज़ की एक्सपैक्टेशन रखता है। और फिर दूसरी गल तुसीं की लिखोगे? दैट ही इज़ अ लवर ऑफ लिटरेचर, ही इज़ अ मैन ऑफ लिटरेचर, कि ਸਾਹਿਤ ਦੇ ਨਾਲ ਜੁੜਿਆ ਹੋਇਆ ਹੈ, ਜਿਹਦੇ ਕਰ ਇਹ ਸਾਨੂੰ ਕਿੱਥੋਂ ਦੇ ਪਤਾ ਲੱਗਦਾ ਹੈ? ਕਿਉਂਕਿ ਉਹ ਹੀ ਟਾਕਸ ਅਬਾਊਟ ਪੋਇਟਰੀ। ਔਰ ਫਿਰ ਹੀ ਇਜ਼ ਅ ਵੈਰੀ ਸੈਂਸਿਟਿਵ ਪਰਸਨ ਹੂ ਵਾਂਟਸ ਟੂ ਹੂ ਕਮਸ ਬੈਕ ਇਨ ਦ ਸਰਚ ਆਫ ਦ ਲੋਸਟ ਥਿੰਗਸ, ਜਿਹੜੀਆਂ ਕਿ ਉਹਨੂੰ ਲੱਗਦਾ ਸੀ ਕਿ ਮੈਂ ਬਾਹਰ ਜਾ ਕੇ ਚੀਜ਼ਾਂ ਗਵਾ ਲਈਆਂ, ਬਟ ਹੀ ਇਜ਼ ਡਿਸਅਪੋਇੰਟਿਡ ਇਨ ਦਿਸ ਪੋਇਮ। ਸੋ ਇੰਨੇ ਕੀ ਤੁਸੀਂ ਕਰ ਲਓ। ਐਂਡ ਨਾਓ ਆਈ ਮੇਕ ਐਨ ਐਂਡ ਹੀਅਰ।